ਸਤਿ ਸ਼੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਸਾਹਿਤ ਦੇ ਰੂਪ ਨਾਟਕ ਬਾਰੇ ਚਰਚਾ ਕਰਨ ਲਈ ਹਾਜ਼ਰ ਹੋਏ ਹਾਂ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਸਭ ਤੋਂ ਪਹਿਲਾਂ ਅਸੀਂ ਨਾਟਕ ਬਾਰੇ ਮੁੱਢਲੀ ਜਾਣਕਾਰੀ ਜਾਂ ਜਾਣ ਪਛਾਣ ਜੋ ਹੈ ਉਹ ਭੂਮਿਕਾ ਵਜੋਂ ਜ਼ਿਕਰ ਦੇਈਏ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਨਾਟਕ ਇੱਕ ਦਰਸ਼ਨੀ ਕਲਾ ਹੈ। ਦਰਸ਼ਨੀ ਕਲਾ ਤੋਂ ਭਾਵ ਹੈ ਕਿ ਇਹ ਇੱਕ ਵੇਖਣਯੋਗ ਰਚਨਾ ਹੈ। ਇਹਨੂੰ ਬਾਕੀ ਸਾਹਿਤ ਰੂਪਾਂ ਵਾਂਗ ਸਿਰਫ ਪੜ੍ਹਨ ਤੱਕ ਹੀ ਸੀਮਿਤ ਨਹੀਂ ਕੀਤਾ ਜਾਂਦਾ, ਸਗੋਂ ਸਾਹਿਤ ਦੇ ਹੋਰ ਰੂਪਾਂ ਨਾਲੋਂ ਵੱਖਰੀ ਇੱਕ ਨਿਵੇਕਲੀ ਕਿਸਮ ਦੀ ਅਜਿਹੀ ਜੋ ਹੈ ਇਹ ਰਚਨਾ ਹੁੰਦੀ ਹੈ ਜਿਸ ਦਾ ਸਿੱਧਾ ਸੰਬੰਧ ਲੋਕ ਸਮੂਹ ਦੇ ਨਾਲ ਹੁੰਦਾ ਹੈ। ਭਾਵ ਇਹ ਇੱਕ ਖੇਡਣਯੋਗ ਮਾਣਨਯੋਗ ਕਿਰਤ ਹੁੰਦੀ ਹੈ। ਸੋ ਇਸ ਦੇ ਅਰਥ ਸਪਸ਼ਟ ਹੋਣੇ ਵੀ ਜ਼ਰੂਰੀ ਹਨ। ਇਹ ਨਾਟਕ ਜੋ ਹੈ ਸੰਸਕ੍ਰਿਤ ਭਾਸ਼ਾ ਦੇ ਧਾਤੂ ਨਟ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਨਾਚ। ਜਾਂ ਨਾਟਕ ਜੋ ਹੈ ਸਾਹਿਤ ਰੂਪ ਨੂੰ ਜੋ ਹੈ ਨਕਲ ਜਾਂ ਸਾਂਗ ਦੇ ਰੂਪ ਦੇ ਵਿੱਚ ਵੀ ਵੇਖਿਆ ਜਾਂਦਾ ਹੈ। ਭਾਵ ਨਾਟਕ ਦੇ ਅਰਥ ਹਨ ਜਿਸ ਵਿੱਚ ਨਕਲ ਜਾਂ ਸਾਂਗ ਲਾ ਕੇ ਦਿਖਾਈ ਜਾਵੇ। ਇਸ ਤਰ੍ਹਾਂ ਨਾਟਕ ਤੋਂ ਭਾਵ ਸਾਹਿਤ ਦਾ ਉਹ ਰੂਪ ਹੈ ਜਿਸ ਵਿੱਚ ਮਨੁੱਖੀ ਜੀਵਨ ਦੀਆਂ ਅਤਿ ਜ਼ਰੂਰੀ ਅਤੇ ਪ੍ਰਭਾਵਸ਼ਾਲੀ ਘਟਨਾਵਾਂ ਨੂੰ ਨਕਲ ਕਰਕੇ ਅਸਲ ਜੀਵਨ ਦੇ ਵਾਂਗ ਦਿਖਾਇਆ ਜਾਂਦਾ ਹੈ। ਵਿਦਵਾਨਾਂ ਨੇ ਨਾਟਕ ਦੀਆਂ ਜੋ ਹਨ ਵੱਖ-ਵੱਖ ਪਰਿਭਾਸ਼ਾਵਾਂ ਦਿੱਤੀਆਂ ਹਨ, ਪਰ ਸਭ ਤੋਂ ਪਹਿਲੀ ਪਰਿਭਾਸ਼ਾ ਜੋ ਹੈ ਨਾਟਕ ਦੀ, ਕਿਉਂਕਿ ਪਹਿਲੇ ਮੁੱਢਲੇ ਸਿਧਾਂਤਕਾਰ ਜੋ ਹਨ ਉਹ ਨਾਟਕ ਦੇ ਆਚਾਰਿਆ ਭਰਤ ਮੁਨੀ ਹਨ। ਸੋ ਭਰਤ ਮੁਨੀ ਅਨੁਸਾਰ ਨਾਟਕ ਉਹ ਹੈ ਜੋ ਦੇਵਤਿਆਂ, ਅਸੁਰਾਂ, ਰਾਜਿਆਂ ਅਤੇ ਗ੍ਰਸਥੀਆਂ ਦੇ ਕਰਤਵਾਂ ਦੇ ਸਾਂਗਾਂ ਨੂੰ ਇਸ ਸੰਸਾਰ ਦੇ ਵਿੱਚ ਉਤਾਰਦਾ ਹੈ। ਨਿਕੋਲ ਨੇ ਨਾਟਕ ਨੂੰ ਪਰਿਭਾਸ਼ਿਤ ਕਰਦਿਆਂ ਹੋਇਆਂ ਲਿਖਿਆ ਹੈ ਕਿ ਨਾਟਕ ਜ਼ਿੰਦਗੀ ਦਾ ਪ੍ਰਗਟਾਅ ਹੈ। ਇਹ ਇੱਕ ਅਜਿਹੀ ਮਿਸ਼ਰਤ ਕਥਾ ਹੈ ਜਿਸ ਦਾ ਸੰਬੰਧ ਇੱਕ ਪਾਸੇ ਤਾਂ ਸਾਹਿਤ ਨਾਲ ਹੈ, ਦੂਜੇ ਪਾਸੇ ਰੰਗਮੰਚ ਨਾਲ। ਭਾਵ ਨਾਟਕ ਨੂੰ ਇੱਕ ਮਿਸ਼ਰਿਤ ਕਲਾ ਕਿਹਾ ਜਾਂਦਾ ਹੈ ਜਿਸ ਦਾ ਸੰਬੰਧ, ਕਿਉਂਕਿ ਇੱਕ ਸਾਹਿਤ ਰੂਪ ਹੈ, ਸਾਹਿਤ ਦੇ ਨਾਲ ਤਾਂ ਹੈ ਹੀ, ਦੂਜੇ ਪਾਸੇ ਕਿਉਂਕਿ ਇਹਦਾ ਸਿੱਧਾ ਸੰਬੰਧ ਦਰਸ਼ਕਾਂ ਨਾਲ ਹੋਣ ਸਦਕਾ ਇਹ ਰੰਗਮੰਚ ਦੇ ਨਾਲ ਜੁੜੀ ਹੋਈ ਹੈ, ਕਿਉਂਕਿ ਨਾਟਕ ਨੂੰ ਰੰਗਮੰਚ ਦੇ ਉੱਤੇ, ਸਟੇਜ ਦੇ ਉੱਤੇ ਪੇਸ਼ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਅਰਸਤੂ ਲਿਖਦੇ ਹਨ ਕਿ ਯੂਨਾਨੀ ਨਾਟਕ ਦਾ ਆਰੰਭ ਜੋ ਹੈ ਡਾਇਓਨਿਸਿਸ ਦੇਵਤਾ ਦੇ ਮੰਦਰ ਵਿੱਚ ਗਾਏ ਜਾਣ ਵਾਲੇ ਸਤੋਤਰਾਂ ਤੋਂ ਹੋਇਆ ਮੰਨਿਆ ਜਾਂਦਾ ਹੈ। ਸੋ ਇਸੇ ਤਰ੍ਹਾਂ ਇੱਕ ਹੋਰ ਜੋ ਆਧੁਨਿਕ ਲੇਖਕ ਹਨ ਡਾਕਟਰ ਰਤਨ ਸਿੰਘ ਜੱਗੀ, ਉਹਨਾਂ ਨੇ ਨਾਟਕ ਨੂੰ ਪਰਿਭਾਸ਼ਿਤ ਕਰਦਿਆਂ ਹੋਇਆਂ ਕਿਹਾ ਹੈ ਕਿ ਉਸ ਕਾਰਜ ਨੂੰ ਜਿਹੜਾ ਮੰਚ ਉੱਤੇ ਕੁਝ ਲੋਕ ਕਰਦੇ ਹਨ ਅਤੇ ਜਿਸ ਨੂੰ ਕੁਝ ਦਰਸ਼ਕ ਵੇਖਦੇ ਹਨ, ਨਾਟਕ ਜਾਂ ਡਰਾਮਾ ਕਿਹਾ ਜਾਂਦਾ ਹੈ। ਡਾਕਟਰ ਅਤਰ ਸਿੰਘ ਅਨੁਸਾਰ ਨਾਟਕ ਇੱਕ ਸਮੂਹਿਕ ਕਲਾ ਹੈ। ਇਸ ਦੀ ਸਮਾਜਕ ਸਾਰਥਿਕਤਾ ਬਾਕੀ ਸਾਹਿਤ ਕਲਾ ਅੰਗਾਂ ਨਾਲੋਂ ਵਧੇਰੇ ਹੈ। ਕਿਉਂਕਿ ਇਸ ਦਾ ਪ੍ਰਭਾਵ ਵਧੇਰੇ ਡੂੰਘਾ ਅਤੇ ਵਿਸ਼ਾਲ ਖੇਤਰ ਵਿੱਚ ਮਾਰਨ ਕਰਨ ਵਾਲਾ ਹੁੰਦਾ ਹੈ। ਪ੍ਰੋਫੈਸਰ IC ਨੰਦਾ ਨਾਟਕ ਦਾ ਵੱਡਾ ਮਤਲਬ ਹੀ ਸਾਡੀ ਰੋਜ਼ ਦਿਹਾੜੀ ਦੀ ਜ਼ਿੰਦਗੀ ਦੇ ਵਰਤਾਰੇ ਦਾ ਨਕਸ਼ਾ ਖਿੱਚਣਾ ਦੱਸਦੇ ਹਨ। ਅਸੂਲ ਇਹ ਹੈ ਕਿ ਹਰ ਇੱਕ ਨਾਟਕ ਦੇ ਪਾਤਰ ਦੀ ਬੋਲੀ ਇਸ ਢੰਗ ਦੀ ਹੋਣੀ ਚਾਹੀਦੀ ਹੈ ਤਾਂ ਜੋ ਹੂ ਬਹੂ ਆਪਣੇ ਅਸਲੀ ਰੰਗ ਵਿੱਚ ਨਾਟਕ ਦੇ ਪੜ੍ਹਨ ਜਾਂ ਵੇਖਣ ਵਾਲਿਆਂ ਦੀਆਂ ਅੱਖਾਂ ਸਾਹਮਣੇ ਆ ਜਾਵੇ। ਸੋ ਸਪਸ਼ਟ ਹੈ ਇਹਨਾਂ ਪਰਿਭਾਸ਼ਾਵਾਂ ਦੇ ਆਧਾਰ 'ਤੇ ਕਿ ਨਾਟਕ ਦਾ ਸਿੱਧਾ ਸੰਬੰਧ ਜੋ ਹੈ ਰੰਗਮੰਚ ਦੇ ਨਾਲ ਹੈ। ਇਹ ਇੱਕ ਦਰਸ਼ਨੀ ਕਲਾ ਹੈ, ਵੇਖਣਯੋਗ, ਮਾਣਨਯੋਗ, ਖੇਡਣਯੋਗ ਕਲਾ ਕਿਰਤ ਹੁੰਦੀ ਹੈ। ਇਸ ਤੋਂ ਬਾਅਦ ਆ ਜਾਂਦੇ ਹਨ ਨਾਟਕ ਦੇ ਤੱਤ। ਸਭ ਤੋਂ ਪਹਿਲਾਂ ਅਸੀਂ ਵਿਸ਼ੇ ਵਸਤੂ ਬਾਰੇ ਚਰਚਾ ਕਰਾਂਗੇ। ਬਾਕੀ ਸਾਹਿਤ ਰੂਪਾਂ ਵਾਂਗ ਜਿਵੇਂ ਕਿ ਅਸੀਂ ਇਸ ਤੋਂ ਪਹਿਲਾਂ ਨਾਵਲ ਬਾਰੇ ਵੀ ਚਰਚਾ ਕੀਤੀ ਸੀ ਕਿ ਜੋ ਨਾਟਕਕਾਰ ਦੀ ਜਾਂ ਜੋ ਲੇਖਕ ਦੀ, ਭਾਵੇਂ ਉਹ ਨਾਵਲਕਾਰ ਹੈ, ਨਾਟਕਕਾਰ ਹੈ, ਉਸ ਦੀ ਜੋ ਵਿਚਾਰਧਾਰਾ ਹੈ ਉਹੀ ਅਸਲ ਦੇ ਵਿੱਚ ਨਾਟਕ ਦਾ ਵਿਸ਼ਾ ਹੁੰਦੀ ਹੈ। ਨਾਵਲਕਾਰ ਅਤੇ ਨਾਟਕਕਾਰ ਦੋਵੇਂ ਹੀ ਆਪਣੀ ਵਿਚਾਰਧਾਰਾ ਨੂੰ ਮਾਨਵ ਜੀਵਨ ਦੇ ਵਿੱਚੋਂ, ਯਾਨੀ ਕਿ ਮਨੁੱਖੀ ਸਮਾਜ ਦੇ ਵਿੱਚੋਂ ਹੀ ਚੁਣਦੇ ਹਨ। ਔਰ ਜੋ ਹੈ ਸਭ ਤੋਂ ਵੱਡੀ ਨਾਟਕ ਦੀ ਵਿਲੱਖਣਤਾ ਇਹ ਹੈ ਕਿ ਨਾਟਕਕਾਰ ਜੋ ਹੈ ਰੰਗਮੰਚ ਨੂੰ ਨਜ਼ਰ ਦੇ ਅਧੀਨ ਰੱਖ ਕੇ ਹੀ ਵਿਸ਼ੇ ਦੀਆਂ ਘਟਨਾਵਾਂ ਦੀ ਚੋਣ ਕਰਦਾ ਹੈ, ਕਿਉਂਕਿ ਇਸ ਦਾ ਰੰਗਮੰਚ ਦੇ ਉੱਤੇ ਪੇਸ਼ ਕੀਤਾ ਜਾਣਾ ਬੇਹੱਦ ਜ਼ਰੂਰੀ ਹੁੰਦਾ ਹੈ। ਕਿਉਂਕਿ ਨਾਵਲਕਾਰ ਭਾਵੇਂ ਜਿੰਨੀਆਂ ਮਰਜ਼ੀ ਖੁੱਲ੍ਹਾਂ ਲੈ ਸਕਦਾ ਹੈ, ਪਰ ਨਾਟਕਕਾਰ ਜਿਹੜਾ ਹੈ ਉਨੀਆਂ ਖੁੱਲ੍ਹਾਂ ਨਹੀਂ ਲੈ ਸਕਦਾ, ਕਿਉਂਕਿ ਇਸ ਦਾ ਰੰਗਮੰਚ ਦੇ ਉੱਤੇ ਮੰਚਨ ਹੋਣਾ ਜ਼ਰੂਰੀ ਹੈ। ਜ਼ਰੂਰਤ ਤੋਂ ਵੱਧ ਖੁੱਲ੍ਹਾਂ ਜਿਹੜੀਆਂ ਨੇ ਉਹ ਮੰਚਨ ਦੇ ਵਿੱਚ ਸਮੱਸਿਆ ਪੈਦਾ
ਕਰ ਸਕਦੀਆਂ ਹਨ। ਔਰ ਵਿਚਾਰਧਾਰਾ ਵਿੱਚੋਂ ਨਾਟਕਕਾਰ ਦਾ ਜੀਵਨ ਪ੍ਰਤੀ ਜੋ ਦ੍ਰਿਸ਼ਟੀਕੋਣ ਹੈ ਉਹ ਸਪਸ਼ਟ ਝਲਕਦਾ ਹੋਣਾ ਚਾਹੀਦਾ ਹੈ। ਔਰ ਇਹ ਦ੍ਰਿਸ਼ਟੀਕੋਣ ਜੋ ਹੈ ਕਲਾਮਈ ਢੰਗ ਦੇ ਨਾਲ ਜੋ ਦਰਸ਼ਕ ਹਨ ਉਹਨਾਂ ਦੇ ਸਾਹਮਣੇ ਦ੍ਰਿਸ਼ਟੀਗੋਚਰ ਹੋਣਾ ਚਾਹੀਦਾ ਹੈ, ਕਿਉਂਕਿ ਨਾਟਕ ਲਈ ਚੁਣੀ ਗਈ ਨਿੱਘਰ ਸਮੱਗਰੀ ਹੀ ਨਾਟਕਕਾਰ ਨੂੰ ਇੱਕ ਅਜਿਹੀ ਸ਼ਕਤੀ ਬਖਸ਼ਦੀ ਹੈ ਕਿ ਉਹ ਸਮਾਜ ਅਤੇ ਦਰਸ਼ਕਾਂ ਦੇ ਨਾਲ ਸੁਖਾਵੇਂ ਸੰਬੰਧ ਸਥਾਪਿਤ ਕਰ ਸਕਦਾ ਹੈ। ਇਹ ਵਿਸ਼ੇ ਵਸਤੂ ਨੂੰ ਪਰਿਭਾਸ਼ਿਤ ਕਰਦੇ ਹੋਏ ਰੋਨਾਲਡ ਪੀਕੌਕ ਲਿਖਦੇ ਹਨ ਕਿ ਨਾਟਕ ਇੱਕ ਕਲਾ ਕਿਰਤ ਹੈ। ਇਸ ਦੀ ਆਪਣੀ ਇਮਾਨਦਾਰੀ ਹੁੰਦੀ ਹੈ, ਪਰ ਇਸ ਦਾ ਆਧਾਰ ਨਿਸ਼ਚਿਤ ਹੀ ਸਮਾਜਿਕ ਅਨੁਭਵ ਹੁੰਦਾ ਹੈ, ਜਿਹੜਾ ਕਿ ਮਨੁੱਖੀ ਤਜਰਬੇ ਦੇ ਵਿੱਚੋਂ ਹੀ ਉਗਮਦਾ ਹੈ ਜਾਂ ਪੈਦਾ ਹੁੰਦਾ ਹੈ। ਸੋ ਨਾਟਕਕਾਰ ਨਾਟਕ ਦੇ ਵਿੱਚ ਜੋ ਹੈ ਮੁੱਖ ਵਿਸ਼ਾ ਤਾਂ ਲੈਂਦਾ ਹੀ ਹੈ, ਇਸ ਦੇ ਨਾਲ ਨਾਲ ਕੁਝ ਅਧੀਨ ਵਿਸ਼ੇ ਵੀ ਲੈ ਸਕਦਾ ਹੈ, ਪਰ ਉਹ ਵਿਸ਼ੇ ਜਿਹੜੇ ਨੇ ਉਹ ਮੁੱਖ ਵਿਸ਼ੇ ਦੇ ਨਾਲ ਸਿੱਧੇ ਸੰਬੰਧਿਤ ਹੋਣੇ ਚਾਹੀਦੇ ਹਨ। ਇਸ ਤੋਂ ਬਾਅਦ ਆ ਜਾਂਦਾ ਹੈ ਪਲਾਟ ਜਾਂ ਗੋਂਦ। ਜਿਵੇਂ ਕਿ ਨਾਵਲ ਦੇ ਵਿੱਚ ਵੀ ਸਪਸ਼ਟ ਕੀਤਾ ਸੀ ਕਿ ਪਲਾਟ ਇੱਕ ਅਜਿਹਾ ਫਰੇਮ ਹੈ ਜਿਸ ਦੇ ਵਿੱਚ ਨਾਵਲ ਜਾਂ ਨਾਟਕ ਵਿਚਲੀ ਕਹਾਣੀ ਦੀਆਂ ਸਾਰੀਆਂ ਲੜੀਆਂ ਨੂੰ ਸਿਲਸਿਲੇਵਾਰ ਜਾਂ ਤਰਤੀਬਵਾਰ ਪੇਸ਼ ਕੀਤਾ ਜਾਂਦਾ ਹੈ। ਸੋ ਇਸੇ ਤਰ੍ਹਾਂ ਮੈਥਿਊ ਅਰਨਲਡ ਜੋ ਹਨ ਉਹ ਵੀ ਲਿਖਦੇ ਹਨ ਕਿ ਵਿਸ਼ੇ ਨੂੰ ਸ਼ਿੰਗਾਰਨ ਦਾ ਨਾਮ ਹੀ ਗੋਂਦ ਹੈ। ਅਸਲ ਦੇ ਵਿੱਚ ਜੇਕਰ ਕਿਸੇ ਨਾਟਕ ਵਿੱਚੋਂ ਕੋਈ ਛੋਟੀ ਜਿਹੀ ਘਟਨਾ ਨੂੰ ਵੀ ਇੱਧਰ ਉੱਧਰ ਕਰ ਦਿੱਤਾ ਜਾਵੇਗਾ ਤਾਂ ਉਸ ਦਾ ਸਮੁੱਚਾ ਢਾਂਚਾ ਜਿਹੜਾ ਹੈ ਉਹ ਲੜਖੜਾ ਸਕਦਾ ਹੈ। ਇਸ ਲਈ ਕਿਸੇ ਵੀ ਨਾਟਕ ਦੀ ਜਿਹੜੀ ਗੂੰਦ ਹੈ ਉਸ ਦਾ ਪੀੜਾ ਹੋਣਾ, ਉਸ ਦਾ ਗੁੰਦਿਆ ਹੋਣਾ ਜੋ ਹੈ, ਗੁੰਦਵਾ ਹੋਣਾ ਨਾਟਕ ਦੀ ਕਹਾਣੀ ਦਾ ਬੇਹੱਦ ਜ਼ਰੂਰੀ ਹੈ। ਔਰ ਇਸ ਦੇ ਨਾਲ ਨਾਲ ਪਲਾਟ ਦੇ ਵਿੱਚ ਜੋ ਹੈ ਆਦਿ, ਮੱਧ ਅਤੇ ਅੰਤ ਦੇ ਵਿੱਚ ਘਟਨਾਵਾਂ ਨੂੰ ਵੰਡਿਆ ਹੋਣਾ ਚਾਹੀਦਾ ਹੈ, ਕਿਉਂਕਿ ਆਦਿ ਜੋ ਹੈ ਝਟਪਟਾ, ਰੋਚਕ ਅਤੇ ਆਦਰਸ਼ਕ ਹੋਣ ਦੇ ਨਾਲ ਨਾਲ ਨਾਟਕੀ ਗੁੰਝਲਾਂ ਵੱਲ ਇਸ਼ਾਰਾ ਕਰਦਾ ਵੀ ਹੋਣਾ ਚਾਹੀਦਾ ਹੈ, ਅਤੇ ਮੱਧ ਦੇ ਵਿੱਚ ਜੋ ਟਕਰਾਅ ਅਤੇ ਗੁੰਝਲਾਂ ਹਨ ਉਹਨਾਂ ਦੇ ਜੋ ਸਿੱਟੇ 'ਤੇ ਪਹੁੰਚ ਕੇ ਅੰਤ ਨੂੰ ਖਤਮ ਹੋਣਾ ਚਾਹੀਦਾ ਹੈ ਨਾਟਕ, ਕਿਉਂਕਿ ਸਮੇਂ ਅਤੇ ਸਥਾਨ ਦੀ ਏਕਤਾ ਵੀ ਜਿਹੜੀ ਹੈ ਉਹ ਨਾਟਕ ਨੂੰ ਇੱਕ ਵਿਸ਼ੇਸ਼ ਪ੍ਰਭਾਵ ਬਖਸ਼ਦੀ ਹੈ। ਕਿਉਂਕਿ ਅਰਸਤੂ ਜੋ ਹੈ ਉਹ ਸਮੇਂ, ਸਥਾਨ ਅਤੇ ਕਾਰਜ ਦੀ ਏਕਤਾ ਨੂੰ ਅਤ ਜ਼ਰੂਰੀ ਮੰਨਦਾ ਹੈ। ਜੋ ਨਾਟਕ ਵਿੱਚ ਕਾਰਜ ਨਹੀਂ ਤਾਂ ਨਾਟਕ ਅਸਫਲ ਸਮਝਿਆ ਜਾਂਦਾ ਹੈ, ਕਿਉਂਕਿ ਨਾਟਕ ਦੇ ਪਲਾਟ ਨੂੰ ਲੋੜ ਅਨੁਸਾਰ ਅੰਕਾਂ ਅਤੇ ਝਾਕੀਆਂ ਦੇ ਵਿੱਚ ਵੰਡਿਆ ਹੁੰਦਾ ਹੈ। ਔਰ ਇਹ ਝਾਕੀਆਂ ਜਾਂ ਅੰਕ ਜਿਹੜੇ ਨੇ ਉਹ ਬਹੁਤ ਜ਼ਿਆਦਾ ਨਹੀਂ ਹੋਣੇ ਚਾਹੀਦੇ, ਕਿਉਂਕਿ ਸੁਭਾਵਿਕਤਾ ਅਤੇ ਵਾਸਤਵਿਕ ਘਟਨਾਵਾਂ ਜਿਹੜੀਆਂ ਨੇ ਉਹ ਰੰਗਮੰਚ ਦੇ ਅਨੁਕੂਲ ਹੋਣੀਆਂ ਬੇਹੱਦ ਜ਼ਰੂਰੀ ਹੁੰਦੀਆਂ ਹਨ। ਇਸ ਤੋਂ ਬਾਅਦ ਆ ਜਾਂਦਾ ਹੈ ਕਿ ਜੋ ਪਾਤਰ ਚਿੱਤਰਨ ਹੈ, ਕਿਉਂਕਿ ਨਾਟਕਕਾਰ ਨੇ ਨਾਟਕ ਦੇ ਵਿੱਚ ਜੋ ਪਾਤਰ ਲਏ ਹਨ, ਕਿਉਂਕਿ ਪਾਤਰ ਉਸਾਰੀ ਨਾਟਕ ਕਲਾ ਦਾ ਇੱਕ ਵਿਸ਼ੇਸ਼ ਅੰਗ ਹੈ। ਚੰਗੀ ਪਾਤਰ ਉਸਾਰੀ ਨਾਟਕ ਨੂੰ ਰੋਚਕ ਅਤੇ ਉਦੇਸ਼ ਭਰਪੂਰ ਬਣਾਉਂਦੀ ਹੈ, ਕਿਉਂਕਿ ਪ੍ਰੋਫੈਸਰ I.C. ਨੰਦਾ ਲਿਖਦੇ ਹਨ ਕਿ ਨਾਟਕ ਵਿਚਲੇ ਪਾਤਰ ਜਿਹੜੇ ਨੇ ਉਹ ਹੱਸਦੇ ਖੇਡਦੇ, ਨੱਚਦੇ ਟੱਪਦੇ, ਰੋਂਦੇ ਖਪਦੇ ਅਤੇ ਜ਼ਿੰਦਗੀ ਦੀਆਂ ਮੁਸੀਬਤਾਂ ਦੇ ਨਾਲ ਦੋ ਚਾਰ ਹੁੰਦੇ ਸਾਹਮਣੇ ਆਉਣੇ ਚਾਹੀਦੇ ਹਨ, ਕਿਉਂਕਿ ਨਾਟਕ ਜੋ ਹੈ ਅਸਲ ਦੇ ਵਿੱਚ ਜ਼ਿੰਦਗੀ ਦੀ ਇੱਕ ਨਕਲ ਹੈ। ਮਨੁੱਖ ਦੇ ਜੀਵਨ ਦੀਆਂ ਵੱਖ-ਵੱਖ ਘਟਨਾਵਾਂ ਨੂੰ ਹੀ ਕਲਾਤਮਕ ਰੂਪ ਦੇ ਵਿੱਚ ਨਾਟਕ ਦੇ ਵਿੱਚ ਨਕਲ ਕਰਦਿਆਂ ਹੋਇਆਂ, ਸਾਂਗ ਕਰਦਿਆਂ ਹੋਇਆਂ ਪੇਸ਼ ਕੀਤਾ ਜਾਂਦਾ ਹੈ। ਅਤੇ ਨਾਟਕਕਾਰ ਦੇ ਕੋਲ ਪਾਤਰ ਉਸਾਰੀ ਕਰਨ ਦੇ ਵੱਖ-ਵੱਖ ਢੰਗ ਹੁੰਦੇ ਹਨ। ਅਸਲ ਦੇ ਵਿੱਚ ਪਾਤਰ ਜੋ ਹਨ ਉਹਨਾਂ ਨੂੰ ਅਸੀਂ ਪਾਤਰ ਉਸਾਰੀ ਨੂੰ 3 ਤਹਿਆਂ ਦੇ ਵਿੱਚ ਵੰਡ ਸਕਦੇ ਹਨ। ਪਹਿਲੀ ਹੈ ਦਸਤਾਰ, ਦੂਸਰੀ ਹੈ ਗੁਫਤਾਰ ਅਤੇ ਤੀਸਰੀ ਹੈ ਰਫਤਾਰ। ਕਿਉਂਕਿ ਦਸਤਾਰ ਤੋਂ ਭਾਵ ਹੈ ਪਾਤਰਾਂ ਦੀ ਬਾਹਰੀ ਰੂਪ ਰੇਖਾ, ਭਾਵ ਉਹਨਾਂ ਦੀ ਪੁਸ਼ਾਕ, ਉਹਨਾਂ ਦਾ ਕੱਦ ਕਾਠ ਬਾਰੇ ਇਸ ਦੇ ਨਾਲ ਸੰਬੰਧਿਤ ਹੁੰਦੀ ਹੈ ਦਸਤਾਰ, ਅਤੇ ਜੋ ਵਾਰਤਾਲਾਪ ਜਾਂ ਗੱਲਬਾਤ ਹੈ ਉਸ ਦਾ ਸੰਬੰਧ ਜਿਹੜਾ ਹੈ ਉਹ ਗੁਫਤਾਰ ਨਾਲ ਹੁੰਦਾ ਹੈ। ਔਰ ਜਿਸ ਢੰਗ ਦੇ ਨਾਲ ਜੋ ਹੈ ਪਾਤਰਾਂ ਦੇ ਕਾਰਜ ਨੂੰ ਉਲੀਕਿਆ ਜਾਂਦਾ ਹੈ ਉਸ ਨੂੰ ਰਫਤਾਰ ਕਿਹਾ ਜਾਂਦਾ ਹੈ। ਭਾਵ ਨਾਟਕ ਦੀ ਕਹਾਣੀ ਦੇ ਵਿੱਚ ਨਿਰੰਤਰ ਜੋ ਹੈ ਇੱਕ ਗਤੀਸ਼ੀਲਤਾ ਹੁੰਦੀ ਹੈ, ਔਰ ਇਹ ਪਾਤਰਾਂ ਦੁਆਰਾ ਹੀ ਸੰਭਵ ਹੈ। ਔਰ ਨਾਟਕ ਦੇ ਵਿੱਚ ਜਿਹੜੇ ਪਾਤਰ ਹੁੰਦੇ ਹਨ ਉਹ ਸਧਾਰਨ ਪਾਤਰ, ਜੋ ਸਧਾਰਨ ਜੀਵਨ ਦੇ ਵਿੱਚੋਂ ਲਏ ਜਾਂਦੇ ਹਨ, ਉਹੀ ਨਾਟਕ ਜਿਹੜਾ ਹੈ ਉਹ ਜ਼ਿਆਦਾ ਪ੍ਰਸਿੱਧ ਹੁੰਦਾ ਹੈ, ਮਕਬੂਲੀਅਤ ਹਾਸਲ ਕਰਦਾ ਹੈ। ਕਿਉਂਕਿ ਪਾਤਰ ਜਿਹੜੇ ਹਨ ਉਹ ਜੇਕਰ ਵਿਸ਼ੇਸ਼ ਹੋਣਗੇ, ਕਿਸੇ ਵਿਸ਼ੇਸ਼ ਜੋ ਹੈ ਖਿੱਤੇ ਦੇ ਨਾਲ, ਭਾਵ ਐਲੀਟ ਵਰਗ ਦੇ ਜੇਕਰ ਹੋਣਗੇ, ਤਾਂ ਉਹ ਨਾਟਕ ਜਿਹੜਾ ਹੈ
ਉਹ ਦਰਸ਼ਕਾਂ ਦੇ ਵਿੱਚ ਉਹਨਾਂ ਸਫਲ ਜਾਂ ਉਹਨਾਂ ਪ੍ਰਭਾਵ ਪਾਉਣ ਦੇ ਵਿੱਚ ਸਫਲ ਨਹੀਂ ਹੋ ਸਕਦਾ। ਸੋ ਪਾਤਰ ਜਿਹੜੇ ਨੇ ਆਕਰਸ਼ਕ, ਯਥਾਰਥਵਾਦੀ ਭਾਵ ਯਥਾਰਥਕ, ਗੋਲ ਜਾਂ ਆਪਣੇ ਵਰਗ ਦੀ ਪ੍ਰਤੀਨਿਧਤਾ ਕਰਦੇ ਹੋਣੇ ਚਾਹੀਦੇ ਹਨ। ਸੋ ਪਾਤਰ ਉਸਾਰੀ ਜਿਹੜੀ ਹੈ ਉਹ ਨਾਟਕ ਦਾ ਮੁੱਖ ਆਧਾਰ ਹੈ, ਕਿਉਂਕਿ ਰੰਗਮੰਚ ਦੇ ਉੱਤੇ ਜਿਹੜੀਆਂ ਘਟਨਾਵਾਂ ਨੂੰ ਪੇਸ਼ ਕੀਤਾ ਜਾਣਾ ਹੈ ਦਰਸ਼ਕਾਂ ਦੇ ਸਾਹਮਣੇ, ਉਹ ਪਾਤਰਾਂ ਦੇ ਰਾਹੀਂ ਹੀ ਸੰਭਵ ਹੁੰਦੀਆਂ ਹਨ। ਇਸ ਤੋਂ ਬਾਅਦ ਆ ਜਾਂਦਾ ਹੈ ਰੰਗਮੰਚ, ਕਿਉਂਕਿ ਰੰਗਮੰਚ ਜੋ ਹੈ ਉਹ ਨਾਟਕ ਦੇ ਵਿੱਚ ਸਭ ਤੋਂ ਅਹਿਮ ਹੈ ਔਰ ਇਹੀ ਇੱਕੋ ਇੱਕ ਕੜੀ ਹੈ ਜਿਹੜੀ ਨਾਟਕ ਨੂੰ ਦੂਸਰੀਆਂ ਸਾਹਿਤ ਕਲਾਵਾਂ ਨਾਲੋਂ ਜਾਂ ਸਾਹਿਤ ਵਿਧਾਵਾਂ ਨਾਲੋਂ ਜਾਂ ਸਾਹਿਤ ਰੂਪਾਂ ਦੇ ਨਾਲੋਂ ਵੱਖਰਿਆਉਂਦੀਆਂ ਹਨ। ਜਿਵੇਂ ਕਿ ਪਹਿਲਾਂ ਵੀ ਦੱਸਿਆ ਗਿਆ ਹੈ ਕਿ ਨਾਟਕ ਜੋ ਹੈ ਉਹ ਇੱਕ ਦਰਸ਼ਨੀ ਕਲਾ ਹੈ, ਭਾਵ ਖੇਡਣ ਯੋਗ ਹੈ। ਇਹ ਜੋ ਹੈ ਦਰਸ਼ਕਾਂ ਦੇ ਸਾਹਮਣੇ ਸਟੇਜ ਦੇ ਉੱਤੇ ਪੇਸ਼ ਕੀਤਾ ਜਾਣਾ ਹੈ, ਔਰ ਪੇਸ਼ ਕਿੱਥੇ ਕੀਤਾ ਜਾਣਾ ਹੈ? ਰੰਗਮੰਚ ਜਾਂ ਸਟੇਜ ਦੇ ਉੱਤੇ। ਸੋ ਰੰਗਮੰਚ ਤੋਂ ਬਿਨਾਂ ਸਟੇਜ ਦੀ ਨਾਟਕ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਗੁਰਦਿਆਲ ਸਿੰਘ ਖੋਸਲਾ ਅਨੁਸਾਰ ਕਿ ਜਿਹੜਾ ਨਾਟਕ ਸਟੇਜ ਦੇ ਉੱਤੇ ਖੇਡਿਆ ਨਾ ਜਾ ਸਕਦਾ ਹੋਵੇ, ਉਸ ਦੇ ਲੇਖਕ ਦੀ ਸਥਿਤੀ ਅਜਿਹੀ ਮਾਂ ਵਰਗੀ ਹੁੰਦੀ ਹੈ ਜਿਸ ਨੇ ਮੁਰਦਾ ਬੱਚੇ ਨੂੰ ਜਨਮ ਦਿੱਤਾ ਹੋਵੇ। ਸੋ ਸਪਸ਼ਟ ਹੈ ਕਿ ਨਾਟਕ ਦੇ ਵਿੱਚ ਸਟੇਜ ਦਾ ਕਿੰਨਾ ਵਡਮੁੱਲਾ ਸਥਾਨ ਹੈ। ਇਸੇ ਤਰ੍ਹਾਂ ਡਾਕਟਰ ਹਰਚਰਨ ਸਿੰਘ ਵੀ ਲਿਖਦੇ ਹਨ ਕਿ ਨਾਟਕ ਦਾ ਅਸਲ ਮੁੱਲ ਪਾਉਣ ਵਾਲੇ ਤਾਂ ਦਰਸ਼ਕ ਹੀ ਹੁੰਦੇ ਹਨ, ਔਰ ਦਰਸ਼ਕ ਜਿਹੜੇ ਹਨ ਉਹ ਨਾਟਕ ਦਾ ਮੁੱਲ ਕਿਵੇਂ ਪਾਉਣਗੇ? ਜਦ ਉਸ ਨੂੰ ਦੇਖਣਗੇ, ਔਰ ਦੇਖਣਗੇ ਕਿੱਥੇ? ਰੰਗਮੰਚ 'ਤੇ ਜਾਂ ਸਟੇਜ 'ਤੇ। ਸੋ ਰੰਗਮੰਚ ਜੋ ਹੈ ਉਹ ਨਾਟਕ ਦਾ ਇੱਕ ਅਹਿਮ ਤੱਤ ਹੈ, ਔਰ ਨਾਟਕਕਾਰ ਨੇ ਜੋ ਨਾਟਕ ਲਿਖਣਾ ਹੁੰਦਾ ਹੈ ਉਹ ਨਾਟਕ ਰੰਗਮੰਚੀ ਲੋੜਾਂ ਨੂੰ ਮੁੱਖ ਰੱਖ ਕੇ ਲਿਖਿਆ ਜਾਣਾ ਵੀ ਜ਼ਰੂਰੀ ਹੁੰਦਾ ਹੈ, ਕਿਉਂਕਿ ਨਾਟਕ ਦੇ ਵਿੱਚ ਜਿਸ ਤਰ੍ਹਾਂ ਦੇ ਪਾਤਰ ਲੈਣੇ ਹਨ, ਉਹਨਾਂ ਦਾ ਮੇਕਅਪ ਕਰਨਾ ਹੈ, ਉਹਨਾਂ ਦੇ ਆਵਾਜ਼, ਰੋਸ਼ਨੀ, ਮੰਚ ਦੀ ਸਜਾਵਟ, ਕਿਉਂਕਿ ਨਾਟਕ ਕਿਹੜੇ ਵੇਲੇ ਪੇਸ਼ ਹੋਣਾ ਹੈ ਉਸ 'ਤੇ ਹਰ ਤਰ੍ਹਾਂ ਦੀ ਰੋਸ਼ਨੀ ਦਾ ਪ੍ਰਬੰਧ ਹੋਣਾ ਵੀ ਬੇਹੱਦ ਜ਼ਰੂਰੀ ਹੈ, ਔਰ ਪਾਤਰਾਂ ਦੇ ਨਾਲ ਸੰਬੰਧਿਤ ਢੁਕਵੀਆਂ ਪੁਸ਼ਾਕਾਂ ਦਾ ਵੀ ਪ੍ਰਬੰਧ ਹੋਣਾ ਬੇਹੱਦ ਜ਼ਰੂਰੀ ਹੈ। ਸੋ ਇਸ ਦੇ ਨਾਲ ਨਾਲ ਜੋ ਹੈ ਸਮੇਂ ਅਤੇ ਸਥਾਨ ਦੀ ਏਕਤਾ ਦਾ, ਸਮੇਂ, ਸਥਾਨ ਅਤੇ ਕਾਰਜ ਦੀ ਏਕਤਾ ਦਾ ਹੋਣਾ ਵੀ ਨਾਟਕ ਦੇ ਵਿੱਚ ਬਹੁਤ ਜ਼ਰੂਰੀ ਹੈ, ਕਿਉਂਕਿ ਜੇਕਰ ਸਮੇਂ, ਸਥਾਨ ਅਤੇ ਕਾਰਜ ਦੀ ਏਕਤਾ ਨਹੀਂ ਹੋਵੇਗੀ ਤਾਂ ਉਸ ਨਾਟਕ ਨੂੰ ਜੋ ਹੈ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨ ਦੇ ਵਿੱਚ ਜੋ ਹੈ ਦਿੱਕਤ ਆਵੇਗੀ। ਸੋ ਇਸ ਤੋਂ ਬਾਅਦ ਆ ਜਾਂਦਾ ਹੈ ਭਾਸ਼ਾ ਸ਼ੈਲੀ। ਨਾਟਕ ਦੇ ਵਿੱਚ ਵੀ ਭਾਸ਼ਾ ਸ਼ੈਲੀ ਦਾ ਉਨਾ ਹੀ ਮਹੱਤਵ ਹੈ ਜਿੰਨਾ ਬਾਕੀ ਸਾਹਿਤ ਰੂਪਾਂ ਦੇ ਵਿੱਚ। ਇਸ ਲਈ ਭਾਸ਼ਾ ਸ਼ੈਲੀ ਦਾ ਸਰਲ, ਸਪਸ਼ਟ ਅਤੇ ਚੁਸਤ ਹੋਣਾ ਬੇਹੱਦ ਜ਼ਰੂਰੀ ਹੈ, ਔਰ ਪਾਤਰਾਂ ਦੇ ਸੁਭਾਅ ਮੁਤਾਬਕ, ਉਹਨਾਂ ਦੇ ਰੁਤਬੇ ਮੁਤਾਬਕ ਵੀ ਹੋਣਾ ਭਾਸ਼ਾ ਸ਼ੈਲੀ ਦਾ ਬਹੁਤ ਜ਼ਰੂਰੀ ਹੈ, ਕਿਉਂਕਿ ਭਾਸ਼ਾ ਜਿਹੜੀ ਹੈ ਜਾਂ ਪਾਤਰ ਜਦੋਂ ਸਟੇਜ ਦੇ ਉੱਤੇ ਆਪਣਾ ਪਾਰਟ, ਆਪਣਾ ਰੋਲ ਅਦਾ ਕਰਨਗੇ ਅਤੇ ਉੱਥੇ ਜੋ ਹੈ ਉਹਨਾਂ ਦੇ ਵਾਰਤਾਲਾਪ, ਉਹਨਾਂ ਦੀ ਆਪਸੀ ਗੱਲਬਾਤ ਹੀ ਨਾਟਕ ਨੂੰ ਜਿੰਦ ਜਾਨ ਬਖਸ਼ੇਗੀ ਜਾਂ ਪਾਤਰਾਂ ਦੇ ਵਿੱਚ ਨੂੰ ਜੋ ਹੈ ਜਿਉਂਦੇ ਜਾਗਦੇ ਮਹਿਸੂਸ ਕਰਵਾਏਗੀ। ਸੋ ਜੋ ਭਾਸ਼ਾ ਸ਼ੈਲੀ ਹੈ ਉਹ ਵੀ ਬੜੀ ਵਿਸ਼ੇ ਦੇ ਅਨੁਕੂਲ ਜਾਂ ਪਾਤਰਾਂ ਦੀ ਮਨੋਸਥਿਤੀ ਦੇ ਅਨੁਕੂਲ, ਪਾਤਰਾਂ ਦੇ ਸੁਭਾਅ ਦੇ ਅਨੁਕੂਲ, ਪਾਤਰਾਂ ਦੇ ਰੁਤਬੇ ਦੇ ਅਨੁਕੂਲ ਅਤੇ ਉਹਨਾਂ ਦੇ ਵਰਗ ਦੇ ਅਨੁਕੂਲ ਹੋਣ ਦੇ ਨਾਲ ਨਾਲ, ਜੇਕਰ ਪਾਤਰ ਜੋ ਹੈ ਪੇਂਡੂ ਜਾਂ ਸ਼ਹਿਰੀ ਜਿਸ ਵਰਗ ਦੇ ਨਾਲ ਵੀ ਸੰਬੰਧਿਤ ਹਨ, ਉਸੇ ਤਰ੍ਹਾਂ ਦੀ ਭਾਸ਼ਾ ਸ਼ੈਲੀ ਦਾ ਵੀ ਉਹਨਾਂ ਦੇ ਮੂੰਹੋਂ ਬੁਲਵਾਇਆ ਜਾਣਾ ਬੇਹੱਦ ਜ਼ਰੂਰੀ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਦੇਸ਼, ਕਾਲ ਜਾਂ ਵਾਤਾਵਰਣ, ਕਿਉਂਕਿ ਪਾਤਰ ਜਾਂ ਨਾਟਕਕਾਰ ਨੇ ਜੋ ਘਟਨਾ ਲਈ ਹੈ ਉਸ ਘਟਨਾ ਨੂੰ ਜੋ ਹੈ ਕਿਸ ਵਾਤਾਵਰਣ ਦੇ ਵਿੱਚੋਂ ਉਸਨੇ ਲਿਆ ਹੈ, ਭਾਵ ਉਸ ਸਮੇਂ ਦਾ ਜੋ ਵਾਤਾਵਰਣ ਹੈ, ਦੇਸ਼ ਕਾਲ ਹੈ, ਉਸ ਦੀ ਵੀ ਪ੍ਰੌੜਤਾ ਉਸ ਦੀ ਰਚਨਾ ਦੇ ਵਿੱਚੋਂ ਹੋਣੀ ਬੇਹੱਦ ਜ਼ਰੂਰੀ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਨਾਟਕ ਦਾ ਉਦੇਸ਼, ਭਾਵ ਜੋ ਵੀ ਨਾਟਕਕਾਰ ਹੁੰਦਾ ਹੈ ਉਸ ਦਾ ਕੋਈ ਨਾ ਕੋਈ ਉਦੇਸ਼ ਜਾਂ ਮੰਤਵ ਜ਼ਰੂਰ ਹੁੰਦਾ ਹੈ, ਕਿਉਂਕਿ ਨਾਟਕ ਜੋ ਹੈ, ਜਿਵੇਂ ਕਿ ਪਹਿਲਾਂ ਵਾਰ-ਵਾਰ ਦੱਸਿਆ ਹੈ ਕਿ ਇਹ ਇੱਕ ਦਰਸ਼ਨੀ ਕਲਾ ਹੈ, ਔਰ ਇਸ ਦਾ ਮਨੋਰਥ ਨਿਰਾ
ਜੋ ਹੈ ਪਾਠਕਾਂ ਦਾ ਮਨੋਰੰਜਨ ਕਰਨਾ ਹੀ ਨਹੀਂ, ਸਗੋਂ ਉਹਨਾਂ ਦੇ ਹਿਰਦੇ ਦੇ ਵਿੱਚ ਜੀਵਨ ਦੇ ਪ੍ਰਤੀ ਕੋਈ ਨਾ ਕੋਈ ਸੇਧ ਪੈਦਾ ਕਰਨਾ ਵੀ, ਕੋਈ ਸਿੱਖਿਆ ਦੇਣਾ ਵੀ ਹੋਣਾ ਚਾਹੀਦਾ ਹੈ। ਔਰ ਹੋਰ ਸਾਹਿਤ ਰੂਪਾਂ ਵਾਂਗ ਨਾਟਕ ਵੀ ਦਰਸ਼ਕਾਂ ਲਈ ਕੋਈ ਸੁਨੇਹਾ ਲੈ ਕੇ ਹੀ ਆਉਂਦਾ ਹੈ, ਕਿਉਂਕਿ ਕੋਈ ਸਮਾਂ ਸੀ ਜਦੋਂ ਕਲਾ ਲਈ ਦਾ ਸਿਧਾਂਤ ਵਰਤਿਆ ਜਾਂਦਾ ਸੀ, ਪਰ ਅੱਜ ਜੋ ਹੈ ਕਲਾ ਸਮਾਜ ਲਈ ਦਾ ਸਿਧਾਂਤ ਸਮੁੱਚੇ ਸਾਹਿਤ ਦੇ ਵਿੱਚ ਜੋ ਹੈ ਬਹੁਤ ਹੀ ਮੁਖਰ ਹੋ ਕੇ ਉੱਭਰ ਰਿਹਾ ਹੈ। ਔਰ ਨਾਟਕਕਾਰ ਲਈ ਸਿਰਫ ਸਮੱਸਿਆਵਾਂ ਦੀ ਪੇਸ਼ਕਾਰੀ ਹੀ ਕਾਫੀ ਨਹੀਂ ਹੁੰਦੀ, ਸਗੋਂ ਸਮੱਸਿਆ ਦਾ ਸਮਾਧਾਨ ਜਾਂ ਉਸ ਦੇ ਬਾਰੇ ਕੋਈ ਨਾ ਕੋਈ ਢੁਕਵਾਂ ਹੱਲ, ਵਾਜਿਬ ਹੱਲ ਦੱਸਣਾ ਵੀ ਬੇਹੱਦ ਜ਼ਰੂਰੀ ਹੁੰਦਾ ਹੈ। ਔਰ ਨਾਟਕ ਵਿੱਚ ਸਿੱਧਾ ਪ੍ਰਚਾਰ ਵੀ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ, ਕਿਉਂਕਿ ਇਸ ਵਿੱਚ ਰਚਨਾ ਦੀ ਜਿਹੜੀ ਕਲਾਤਮਕਤਾ ਹੈ ਉਹ ਭੰਗ ਹੁੰਦੀ ਹੈ। ਔਰ ਨਾਟਕ ਦਾ ਉਦੇਸ਼ ਜਿਹੜਾ ਹੈ ਉਹ ਹਮੇਸ਼ਾ ਅਗਾਂਹਵਧੂ ਅਤੇ ਕਲਾਮਈ ਹੋਣਾ ਚਾਹੀਦਾ ਹੈ। ਔਰ ਇਸ ਦੇ ਨਾਲ ਹੀ ਨਾਟਕ ਦੀ ਭਾਸ਼ਾ ਸ਼ੈਲੀ ਬਾਰੇ ਇੱਕ ਗੱਲ ਹੋਰ ਸਪਸ਼ਟ ਕਰਨਾ ਚਾਹਾਂਗੇ ਕਿ ਕਿਸੇ ਆਲੋਚਕ ਨੇ ਕਿਹਾ ਸੀ ਕਿ ਜੇ ਪਾਤਰ ਜਿਹੜੇ ਹਨ ਨਾਵਲ ਦੇ ਵਿੱਚ, ਨਾਟਕ ਦੇ ਵਿੱਚ ਕ੍ਰੋਧ ਵਿੱਚ ਗੱਲ ਕਰੇ ਤਾਂ ਉਸ ਦੇ ਬੋਲਾਂ ਵਿੱਚੋਂ ਅੱਗ ਵਰਗਾ ਸੇਕ ਨਿਕਲਣਾ ਚਾਹੀਦਾ ਹੈ। ਜੇ ਧੀਰਜ ਅਤੇ ਮਿਠਾਸ ਨਾਲ ਗੱਲ ਕਰੇ ਤਾਂ ਫੁੱਲਾਂ ਜਿਹੀ ਮਹਿਕ ਆਉਣੀ ਚਾਹੀਦੀ ਹੈ, ਅਤੇ ਜੇ ਗੰਭੀਰ ਸਥਿਤੀ ਵਿੱਚ ਹੋਵੇ ਤਾਂ ਸਿਵਿਆਂ ਵਰਗੀ ਚੁੱਪ, ਅਤੇ ਜੇ ਵਿਅੰਗ ਵਿੱਚ ਹੋਵੇ ਤਾਂ ਬਰੀਕ ਕੰਢੇ ਜਿਹੀ ਜੋ ਚੋਭ ਜਿਹੜੀ ਹੈ ਉਹ ਦਰਸ਼ਕ ਦੇ ਹਿਰਦੇ ਦੇ ਵਿੱਚ ਖੁੱਭਣੀ ਚਾਹੀਦੀ ਹੈ। ਬਰੀਕ ਜਿਵੇਂ ਕੰਡਾ ਚੁੱਭਦਾ ਹੈ, ਠੀਕ ਇਸੇ ਤਰ੍ਹਾਂ। ਸੋ ਸਿੱਟੇ ਵਜੋਂ ਜਾਂ ਸਮੁੱਚੇ ਰੂਪ ਦੇ ਵਿੱਚ ਅੰਤ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਨਾਵਲ ਜੋ ਹੈ ਇੱਕ ਦਰਸ਼ਨੀ ਕਲਾ ਹੈ, ਔਰ ਇਸ ਦੇ ਵਿੱਚ ਜੋ ਹੈ ਕਲਾਤਮਕਤਾ ਦਾ ਹੋਣਾ ਵੀ ਜ਼ਰੂਰੀ ਹੈ, ਕਿਉਂਕਿ ਇਹ ਜੀਵਨ ਦੀ ਇੱਕ ਕਲਾਤਮਕ ਨਕਲ ਹੈ। ਸੋ ਸਮੁੱਚੇ ਰੂਪ ਦੇ ਵਿੱਚ ਨਾਟਕ ਜੋ ਹੈ ਬਾਕੀ ਸਾਹਿਤ ਰੂਪਾਂ ਦੇ ਨਾਲੋਂ ਬਿਲਕੁਲ ਨਿਵੇਕਲੀ ਕਿਸਮ ਦੀ ਇੱਕ ਵੰਨਗੀ ਹੈ, ਔਰ ਜਿਸ ਦਾ ਸਿੱਧਾ ਸੰਬੰਧ ਦਰਸ਼ਕਾਂ ਦੇ ਨਾਲ ਹੁੰਦਾ ਹੈ। ਔਰ ਉਮੀਦ ਹੈ ਕਿ ਨਾਟਕ ਬਾਰੇ ਇਹ ਕੀਤੀ ਗਈ ਚਰਚਾ ਜਿਹੜੀ ਹੈ ਉਹ ਵਿਦਿਆਰਥੀਆਂ ਦੇ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗੀ। ਇਹ ਚਰਚਾ ਜੋ ਹੈ ਤੁਹਾਨੂੰ ਕਿਹੋ ਜਿਹੀ ਲੱਗੀ, ਇਸ ਦੇ ਬਾਰੇ ਆਪਣੀ ਰਾਏ ਵੀ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ। ਔਰ ਚਰਚਾ ਵਧੀਆ ਲੱਗੀ ਹੈ ਤਾਂ ਇਸ ਨੂੰ ਹੋਰ ਵਿਦਿਆਰਥੀਆਂ ਦੇ ਨਾਲ ਚੈਨਲ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਆਪਣਾ ਇਸ ਚੈਨਲ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ, ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀਆਂ ਪੜ੍ਹਾਈ ਸੰਬੰਧਿਤ ਸਾਰੀਆਂ ਜਿਗਿਆਸਾਵਾਂ ਦੀ ਨਿਵਰਤੀ ਕਰ ਸਕਣ। ਸੋ ਵੇਖਦੇ ਰਹੋ ਇਸ ਚੈਨਲ ਨੂੰ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਲਈ ਇਜਾਜ਼ਤ। ਧੰਨਵਾਦ।